हाँ जी स्टूडेंट गुड मॉर्निंग। कंटिन्यू करते हैं अपन अपने चैप्टर नैशनल इनकम एंड रिलेटेड एग्रीगेट्स ਨੂੰ ਅਸੀਂ ਇੰਟਰੋਡਕਸ਼ਨ ਸਾਰੀ ਇਹਦੀ ਫਸਟ ਪਾਰਟ 'ਚ ਕੀਤੀ ਹੈ। ਨੈਸ਼ਨਲ ਇਨਕਮ ਬੇਟਾ ਨੈਸ਼ਨਲ ਅਗਰ ਅਸੀਂ ਪੂਰੇ ਚੈਪਟਰ ਨੂੰ ਦੇਖੀਏ ਤਾਂ ਅਸੀਂ ਇਹਨੂੰ 5 ਪਾਰਟਸ ਦੇ ਅੰਦਰ ਡਿਵਾਈਡ ਕਰ ਸਕਦੇ ਹਾਂ ਡਿਫਰੈਂਟਸ। ਫਸਟ ਹੈ ਇੰਟਰੋਡਕਸ਼ਨ ਹੋ ਗਿਆ, ਸੈਕਿੰਡ ਹੈ ਸਰਕੂਲਰ ਫਲੋ ਇਨਕਮ ਆਫ ਇਨਕਮ, मतलब कि ਜਿਹੜੀ ਸਾਡੀ ਲਿਕੁਇਡਿਟੀ ਹੈ ਉਹ ਕਿਸ ਤਰੀਕੇ ਨਾਲ ਜਿਹੜੀਆਂ ਮਾਰਕੀਟਸ ਦੇ ਅੰਦਰ ਫਲੋ ਕਰਦੀ ਹੈ। ਫਿਰ ਸਮ ਬੇਸਿਕ ਕਨਸੈਪਟ ਆਫ ਨੈਸ਼ਨਲ ਇਨਕਮਸ ਔਰ ਨੈਕਸਟ ਹੈ ਮੈਥਡਸ ਰਿਲੇਟਿਡ ਟੂ ਨੈਸ਼ਨਲ ਇਨਕਮਸ ਔਰ ਲਾਸਟ ਹੈ GDP ਐਂਡ ਵੈਲਫੇਅਰ। ਨੈਸ਼ਨਲ ਇਨਕਮ ਤੇ GDP ਦਾ ਡਾਇਰੈਕਟ ਰਿਲੇਸ਼ਨਸ ਹੈ ਔਰ GDP ਐਂਡ ਵੈਲਫੇਅਰ ਦਾ ਡਾਇਰੈਕਟ ਰਿਲੇਸ਼ਨਸ ਹੈ। ਇਹ ਅਸੀਂ ਲਾਸਟ 'ਤੇ ਕਰਾਂਗੇ ਜਦੋਂ ਸਾਨੂੰ ਸਾਰੇ ਕਨਸੈਪਟ ਸਮਝ ਆ ਗਏ। ਅਸੀਂ ਫਸਟ ਚੈਪਟਰ ਅਗਰ ਇਹਨੂੰ ਫਸਟ ਤੋਂ ਸਟਾਰਟ ਨਾ ਕਰਕੇ ਅਸੀਂ ਸਟਾਰਟ ਕਰਾਂਗੇ ਇਹਦੇ ਫੋਰਥ ਪਾਰਟ ਹੈ ਮੈਥਡਸ ਰਿਲੇਟਿਡ ਟੂ ਨੈਸ਼ਨਲ ਇਨਕਮਸ। ਕਿਉਂਕਿ ਅਗਰ ਅਸੀਂ ਮੈਥਡਸ ਸਮਝ ਗਏ ਕਿ ਕੀ ਹੈ ਨੈਸ਼ਨਲ ਇਨਕਮਸ, ਕਿੱਦਾਂ ਅਸੀਂ ਕੈਲਕੂਲੇਟ ਕਰਨੀ ਹੈ, ਤਾਂ ਸਾਰੇ ਬਾਕੀ ਜਿਹੜੇ ਪਾਰਟਸ ਹੈ ਉਹ ਸਾਨੂੰ ਈਜ਼ੀਲੀ ਸਮਝ ਆ ਜਾਣਗੇ। ਠੀਕ ਹੈ, ਲੈਟਸ ਸਟਾਰਟ। ਇਹ ਜਿਹੜਾ ਪੂਰਾ ਚੈਪਟਰ ਹੈ ਬੇਟਾ ਜੀ 10 ਮਾਰਕਸ ਦਾ ਹੈ। ਇਹਦੇ 10 ਮਾਰਕਸ ਦਾ ਪੂਰਾ ਚੈਪਟਰ ਹੈ ਜਿਹਦੇ 'ਚੋਂ 4 ਮਾਰਕਸ ਜਿਹੜੇ ਆ ਉਹ ਥਿਓਰੀਟੀਕਲੀ ਹੈ ਔਰ 6 ਮਾਰਕਸ ਜਿਹੜੇ ਆ ਨੂਮੈਰੀਕਲੀ ਹੈ। ਸੋ ਅਸੀਂ ਇਸ ਕਰਕੇ ਹੀ ਜਿਹੜਾ ਮੈਥਡਸ ਜਿਹੜੇ ਆ ਉਹ ਪਾਰਟ ਸਟਾਰਟ ਕਰ ਰਹੇ ਹਾਂ ਕਿਉਂਕਿ 6 ਪਾਰਟਸ ਹੈ ਜਿਹੜੇ ਨੂਮੈਰੀਕਲੀ ਪਾਰਟ 'ਚੋਂ ਹੈ 6 ਮਾਰਕਸ ਦਾ। ਔਰ ਅਗਰ ਅਸੀਂ ਇਹ ਪਾਰਟ ਅੱਛੀ ਤਰ੍ਹਾਂ ਸਮਝ ਲੈਂਦੇ ਹਾਂ ਤਾਂ ਬਾਕੀ ਜਿਹੜੇ ਥਿਓਰੀਟੀਕਲੀ ਪਾਰਟ ਹੈ ਬੜਾ ਈਜ਼ੀ ਹੈ, ਤੁਸੀਂ ਬੜੇ ਆਪਣੇ ਆਪ ਈਜ਼ੀਲੀ ਸਮਝ ਜਾਓਗੇ, ਸਾਰਾ ਕੰਸੈਪਟ ਤੁਹਾਡੇ ਸਮਝ 'ਚ ਆ ਜਾਏਗਾ। ਨੈਸ਼ਨਲ ਇਨਕਮਸ ਨੂੰ ਹੁਣ ਅਗਰ ਅਸੀਂ ਮੈਜ਼ਰ ਕਰਨਾ ਆ ਜਾਂ ਉਹਨੂੰ ਕੈਲਕੂਲੇਟ ਕਰਨਾ ਆ ਤਾਂ ਅਸੀਂ ਇਹਦੇ ਲਈ 3 ਡਿਫਰੈਂਟਸ ਜਿਹੜੇ ਹੈਗੇ ਆ ਉਹ ਮੈਥਡਸ ਯੂਜ਼ ਹੁੰਦੇ ਆ। ਠੀਕ ਹੈ, ਨੈਸ਼ਨਲ ਇਨਕਮ ਨੂੰ ਅਸੀਂ NNP ਐਟ ਫੈਕਟਰ ਕਾਸਟ ਵੀ ਕਹਿੰਦੇ ਆ। ਠੀਕ ਹੈ, ਫਸਟ ਮੈਥਡ ਜਿਹੜਾ ਅਸੀਂ ਯੂਜ਼ ਕਰਦੇ ਹਾਂ ਉਹ ਹੈ ਵੈਲਿਊ ਐਡਿਡ ਮੈਥਡ। ਇਸ ਮੈਥਡ ਨੂੰ ਅਸੀਂ ਆਊਟਪੁੱਟ ਮੈਥਡ ਵੀ ਕਹਿੰਦੇ ਹਾਂ ਜਾਂ ਪ੍ਰੋਡਕਟ ਮੈਥਡ ਵੀ ਕਹਿੰਦੇ ਹਾਂ। ਸੈਕਿੰਡ ਹੈ ਸਾਡਾ ਨੈਸ਼ਨਲ ਇਨਕਮ ਮੈਥਡ ਔਰ ਥਰਡ ਹੈ ਸਾਡਾ ਐਕਸਪੈਂਡੀਚਰ ਮੈਥਡ। ਹੁਣ ਅਸੀਂ ਅਗਰ ਇਸ ਮੈਥਡਸ ਨਾਲ ਅਗਰ ਅਸੀਂ ਨੈਸ਼ਨਲ ਇਨਕਮਸ ਨੂੰ ਕਾਊਂਟ ਕਰਾਂਗੇ ਤਾਂ ਫਿਰ ਕੀ ਹੈ, ਸਾਨੂੰ ਕੁਛ ਨਾ ਕੁਛ ਹਰੇਕ ਮੈਥਡ ਜਿਹੜਾ ਉਹ ਕੋਈ ਨਾ ਕੋਈ ਆਊਟਪੁੱਟ ਦੇਗਾ। ਠੀਕ ਹੈ, ਤਾਂ ਫਿਰ ਕੀ ਅਗਰ ਅਸੀਂ ਵੈਲਿਊ ਐਡਿਡ ਮੈਥਡਸ ਦੇ ਥਰੂ ਬੇਟਾ ਜੀ ਕੈਲਕੂਲੇਸ਼ਨਸ ਕਰਦੇ ਹਾਂ ਤਾਂ ਸਾਡੇ ਕੋਲ ਕੀ ਨਿਕਲ ਕੇ ਆਏਗਾ, GVAMP। ਹੁਣ ਤੁਸੀਂ ਸੋਚੋਗੇ ਕਿ GVAMP ਕੀ ਹੈ, ਤੁਸੀਂ ਜਸਟ ਇੱਕ ਵਾਰੀ ਇਹਨੂੰ ਗੋ ਥਰੂ ਹੋ। ਜਿਵੇਂ ਅਸੀਂ ਸਾਡਾ ਟੌਪਿਕ ਜਿਵੇਂ ਅਸੀਂ ਅੱਗੇ ਐਕਸਪਲੋਰ ਕਰਾਂਗੇ ਤੁਹਾਨੂੰ ਸਾਰੀ ਟਰਮਸ ਜਿਹੜੀਆਂ ਨੇ ਉਹ ਕਲੀਅਰ ਹੁੰਦੀਆਂ ਜਾਣਗੀਆਂ। ਠੀਕ ਹੈ, ਨੈਕਸਟ ਅਗਰ ਅਸੀਂ ਇਨਕਮ ਮੈਥਡ ਨਾਲ ਕੈਲਕੂਲੇਸ਼ਨਸ ਕਰਾਂਗੇ ਤਾਂ ਸਾਡੇ ਕੋਲ ਆਏਗਾ ਕਿ NDPFC। ਔਰ ਥਰਡ ਅਸੀਂ ਐਕਸਪੈਂਡੀਚਰ ਮੈਥਡ ਨਾਲ ਜਦੋਂ ਅਸੀਂ ਕੈਲਕੂਲੇਸ਼ਨ ਕਰਾਂਗੇ ਤਾਂ ਸਾਡੇ ਕੋਲ ਆਏਗਾ GDPMP ਔਰ NDPMP। ਕਲੀਅਰ, ਨੈਕਸਟ ਚੱਲਦੇ ਹਾਂ। ਹੁਣ ਦੇਖੋ ਇਹ ਜਿਹੜੇ ਨੈਸ਼ਨਲ ਇਨਕਮ ਐਗਰੀਗੇਟਸ, ਹੁਣ ਇਹ ਸਾਡੇ ਕੋਲ ਕੀ ਐਗਰੀਗੇਟਸ ਹੈ, ਕਿਹਦੇ ਦੇ ਜ਼ਰੀਏ ਅਸੀਂ ਨੈਸ਼ਨਲ ਇਨਕਮ ਕੈਲਕੂਲੇਟ ਕਰਦੇ ਹਾਂ। ਟੋਟਲ ਐਗਰੀਗੇਟਸ ਜਿਹੜੇ ਆ ਜਨਰਲੀ ਕੋਈ 8 ਮੰਥ ਦਾ ਜਾਂ ਕੋਈ 12 ਮੰਥ ਦਾ ਹੈ। ਠੀਕ ਹੈ, ਬਟ ਇਹ ਸਾਰੇ ਹੀ ਟਰਮਸ ਨੇ ਜਿਹੜੀਆਂ ਸਾਨੂੰ ਸਮਝਣੀਆਂ ਜ਼ਰੂਰੀ ਨੇ। ਬੇਸਿਕਲੀ ਅਸੀਂ 12 ਨੈਸ਼ਨਲ ਇਨਕਮ ਦੇ ਐਗਰੀਗੇਟਸ ਮੰਨਦੇ ਆ। ਫਸਟ ਕੀ ਹੈ, NNP ਐਟ ਫੈਕਟਰ ਕਾਸਟ। ਅਸੀਂ ਇੱਕ ਇਹਦੇ 'ਚ ਧਿਆਨ ਰੱਖਣਾ ਹੈਗਾ, 2 ਟਰਮਸ ਜ਼ਿਆਦਾ ਜਨਰਲੀ ਯੂਜ਼ ਹੁੰਦੀਆਂ ਨੇ, ਇੱਕ ਫੈਕਟਰ ਕਾਸਟ, ਇੱਕ ਯਾਨੀ ਕਿ FC, ਇੱਕ ਤੇ ਟਰਮ ਯੂਜ਼ ਹੋਏਗੀ FC, ਇੱਕ ਯੂਜ਼ ਹੋਏਗੀ MP। ਕਲੀਅਰ, ਤਾਂ ਇਹ FC ਦਾ ਮਤਲਬ ਕੀ ਹੈ, ਫੈਕਟਰ ਕਾਸਟ, MP ਦਾ ਮਤਲਬ ਕੀ ਹੈ, ਮਾਰਕੀਟ ਪ੍ਰਾਈਸ। ਇਹ ਅੱਗੇ ਵੀ ਆਪਾਂ ਕਲੀਅਰ ਕਰ ਦਾਂਗੇ ਸਾਰੀ ਚੀਜ਼ਾਂ। ਤਾਂ ਇਹਦੇ 'ਚ ਇੱਕ ਫਸਟ ਐਗਰੀਗੇਟਸ ਕੀ ਹੋਏਗਾ, NNP ਐਟ FC ਫਸਟ, ਸੈਕਿੰਡ ਸਾਡਾ NNP ਐਟ ਸੇਮ MP, ਫਿਰ GNP ਐਟ FC ਤਾਂ ਫਿਰ GNP ਐਟ MP, NDP ਐਟ FC, NDP ਐਟ MP। ਇਹ FC ਲਿਖਿਆ ਇਹ ਗਲਤ ਹੈ, ਇੱਥੇ ਆਏਗਾ MP। ਕਲੀਅਰ, ਔਰ ਨੈਕਸਟ ਹੈ GDP ਐਟ FC, GDP ਐਟ MP, GVA ਐਟ FC, GVA ਐਟ MP, NVA ਐਟ FC, NVA ਐਟ MP। ਕਲੀਅਰ, ਇਹ ਬੇਸਿਕਲੀ ਟਰਮਸ ਨੇ, ਤੁਸੀਂ ਨਾਮ ਸੁਣ ਕੇ ਕਨਫਿਊਜ਼ ਨਹੀਂ ਹੋਣਾ। ਜਿਵੇਂ ਅਸੀਂ ਅੱਗੇ ਐਕਸਪਲੋਰ ਕਰਦੇ ਜਾਵਾਂਗੇ ਸਾਰੀ ਚੀਜ਼ਾਂ ਤੁਹਾਨੂੰ ਬੜੀ ਈਜ਼ੀਲੀ ਤੁਸੀਂ ਖੁਦ ਹੀ ਕੈਲਕੂਲੇਸ਼ਨ ਕਰ ਪਾਓਗੇ। ਚੈਪਟਰ ਨੂੰ ਬੜੇ ਧਿਆਨ ਨਾਲ ਸਮਝਣਾ। ਹੁਣ ਦੇਖੋ ਇਹਦੇ ਵਿੱਚ ਇਹ ਜਿੰਨੀ ਵੀ ਮੈਂ ਟਰਮਸ ਬੋਲੀਆਂ ਨੇ ਇਹਦੇ ਵਿੱਚ ਕੀ ਯੂਜ਼ ਹੋ ਰਿਹਾ। ਇੱਕ G ਦਾ ਮਤਲਬ ਹੈ ਗ੍ਰੋਸ, G ਯੂਜ਼ ਹੋ ਰਿਹਾ, G ਦਾ ਮਤਲਬ ਹੈ ਗ੍ਰੋਸ।
डी यूज़ हो रहा है, डी का मतलब है डोमैस्टिक, पी यूज़ हो रहा है, पी का मतलब है प्रोडक्ट। ਜਿਹੜਾ फस्ट यानी कि पहले नंबर ਤੇ ਐਨ ਆ ਰਿਹਾ, ਜਿਵੇਂ ਆਹ ਵਾਲਾ ਐਨ ਪਹਿਲੇ ਨੰਬਰ ਤੇ ਆ ਰਿਹਾ, फस्ट नंबर ਤੇ ਆ ਰਿਹਾ, फस्ट नंबर ਤੇ ਆ ਰਿਹਾ, ਔਰ ਨੈਕਸਟ ਐਨ ਕੀ ਆ ਰਿਹਾ, ਸੈਕਿੰਡ ਨੰਬਰ ਤੇ ਆ ਰਿਹਾ। ਤਾਂ ਜਿਹੜਾ फस्ट ਐਨ ਹੈ ਉਹਦਾ ਮਤਲਬ ਕੀ ਹੈ, ਨੈਟ, ਔਰ ਸੈਕਿੰਡ ਐਨ ਹੈ ਜਿਹੜਾ ਉਹਦਾ ਮਤਲਬ ਕੀ ਹੈ, ਨੈਸ਼ਨਲ। ठीक है, क्लीयर। और इस तो बाद की है वी ਜਿਹੜਾ यूज़ हो रही है टर्म, वी टर्म यूज़ हो रही है ਜਿਹੜੀ ਉਹਦਾ मतलब है वैल्यू, और ਜਿਹੜੀ ए टर्म यूज़ हो रही है ਉਹਦਾ मतलब है एडिड। क्लीयर। ਹੁਣ ਤੁਸੀਂ अगर ਇਹ ਤੁਹਾਨੂੰ क्लीयर आ गया ਤਾਂ ਤੁਸੀਂ ਹੁਣ ਹਰ ਇੱਕ ਟਰਮਸ ਦੀ ਜਿਹੜੀ ਆ ਉਹ ਫੁੱਲ ਡੈਫੀਨੇਸ਼ਨ ਯਾਨੀ ਕਿ ਫੁੱਲ ਫਾਰਮਸ ਜਿਹੜੀ ਆ ਉਹ ਬਣਾ ਸਕਦੇ ਹੋ। एमपी ਦਾ मतलब ਆ मार्केट प्राइस, और एफसी ਦਾ मतलब आ फैक्टर प्राइस। ठीक है, समझ आ गया। ਹੁਣ ਅਸੀਂ ਇਹਨੂੰ ਪੜ੍ਹਨਾ ਕਿਵੇਂ। फस्ट एन ਦਾ मतलब ਕੀ ਸੀਗਾ, ਨੈਟ। ਸੈਕਿੰਡ ਐਨ ਦਾ ਮਤਲਬ ਕੀ ਸੀਗਾ, ਨੈਸ਼ਨਲ। ਪੀ ਦਾ ਮਤਲਬ ਕੀ ਸੀਗਾ, ਪ੍ਰੋਡਕਟ, ਔਰ ਐਫ ਸੀ ਦਾ ਮਤਲਬ ਕੀ ਸੀਗਾ, ਫੈਕਟਰ ਕਾਸਟ। ਹੁਣ ਅਸੀਂ ਇਹਨੂੰ ਬੋਲਣਾ ਹੈ ਕਿੱਦਾਂ, ਨੈਟ ਨੈਸ਼ਨਲ ਪ੍ਰੋਡਕਟ ਐਟ ਫੈਕਟਰ ਕਾਸਟ। ਕਲੀਅਰ। ਹੋਰ ਦੇਖ ਲੈਂਦੇ ਹਾਂ ਇੱਕ, ਆ ਦੇਖੋ ਨੀਚੇ ਦੇਖਦੇ ਹਾਂ ਅਸੀਂ, ਜਿਵੇਂ ਨੈਕਸਟ ਟਰਮ ਜੀ ਦਾ ਮਤਲਬ ਕੀ ਸੀਗਾ ਬੇਟਾ ਜੀ, ਗ੍ਰॉस। ਵੀ ਦਾ ਮਤਲਬ ਕੀ ਸੀਗਾ, ਵੈਲਿਊ। ਏ ਦਾ ਮਤਲਬ ਕੀ ਸੀਗਾ, ਐਡਿਡ, ਔਰ ਐਫ ਸੀ ਦਾ ਮਤਲਬ ਕੀ ਸੀਗਾ, फैक्टर कास्ट। एफ सी का मतलब फैक्टर कास्ट। असीं की कहांगे, ग्रॉस वैल्यू एडिड एट फैक्टर कास्ट। क्लीयर। इस तरह नाल तुसीं सारिਆਂ ਦੀ फुल फॉर्म ਜਿਹੜੀ ਹੈ खुद बना सकते हो, जिवें जिवें तुसीं प्रैक्टिस करोगे गो थ्रू हो जाओगे। नैक्सट साडा जिहड़ा कंसैप्ट है हुण नैशनल इनकम कन्वर्जन। बेसिकली यही सारा चैप्टर है। जे तुसीं कन्वर्जन सीख के बेटा जी, दैट मीन समझ लो पूरा चैप्टर तुहानूं नैशनल इनकम क्विकली टिक तुहानूं ਐਂ ਚੁਟਕਿਆਂ 'ਤੇ ਆ ਜਾਣਾ ਗਾ, ਕੁਛ ਵੀ ਨਹੀਂ ਹੈ ਪੂਰੇ ਚੈਪਟਰਸ ਦੇ ਅੰਦਰ। ਕਨਵਰਜਨ ਇੱਥੇ ਪੂਰਾ ਫੋਕਸ ਕਰਨਾ ਗਾ। ਹੁਣ ਦੇਖੋ ਅਸੀਂ ਉੱਪਰ ਜਿੰਨੇ ਵੀ ਪੜ੍ਹ ਕੇ ਆਏ ਉਹਦੇ ਵਿੱਚ GDP ਔਰ NNP, ਇਹ ਤਿੰਨ ਚੀਜ਼ਾਂ, ਦੋ ਚੀਜ਼ਾਂ ਜਿਹੜੀਆਂ ਨੇ ਬਹੁਤ ਜ਼ਰੂਰੀ ਜਾਣ ਲਈ ਯੂਜ਼ ਹੋਣਗੀਆਂ। ਹੁਣ ਅਸੀਂ ਜਦੋਂ ਧਿਆਨ ਥੋੜ੍ਹਾ ਜਿਹਾ ਫੋਕਸ ਕਰਨਾ ਗਾ ਇਹਦੇ 'ਤੇ, ਜਦੋਂ ਬੇਟਾ ਜੀ ਅਸੀਂ ਜੀ ਤੋਂ ਇਹ ਵਾਲੇ G और ए वाला N, क्लियर, ए वाला D और ए वाला N, ए वाला P और ए वाला, यानी कि आ सारा बन गया GDP और NNP। क्लीयर। तो जो असी इस G तो अगर असी इस G तो N वाल जावांगे, क्लीयर, अगर असी G तो N वाल जावांगे तो की होएगा, ये चो डेप्रीसीएशन माइनस हो जाएगा। असी पहला भी पढ़िया सी टर्म दे विच भी याद करो, जो मैं डेफिनेशन पढ़ी सी कि असी ग्रॉस तो नैशनल वाल जावांगे तो की होएगा, डेप्रीसीएशन माइनस हो जाएगा। और अगर असी N तो G वाल जावांगे, क्लीयर, N तो G वाल जावांगे तो की होएगा, डेप्रीसीएशन जिहड़ा है वो प्लस हो जाएगा। क्लीयर, डेप्रीसीएशन प्लस हो जाएगा। क्लीयर है। नैक्सट है डी। हुण अगर असी डी तो एन वाल जावांगे, यानी कि डोमैस्टिक टू नैशनल वाल जावांगे तो की होएगा, प्लस होएगा नफीफा। इनू असी टर्म की प्लस होएगा नफीफा। ठीक है, नफीफा मतलब नैट। आप हुण इनू देखिए, फस्ट एन का मतलब सीगा नैट, एफ का मतलब फैक्टर, नैट फैक्टर, आई का मतलब इनकम, एफ का मतलब फ्रॉम अबरोड। यानी कि जो असी डोमैस्टिक टू नैशनल वाल जावांगे तो जिहड़ी साडी नैशनल इनकम है, सानू फ्रॉम्स अबरोड तो जिहड़ी कमाई हुई है वो सारी की हो जाएगी, प्लस हो जाएगी। और जदों असी एन तो यानी कि नैशनल तो डी यानी कि नैशनल तो डोमैस्टिक वाल जावांगे तो जिहड़ी साडी नीफा है, इनकी नैट इनकम फ्रॉम अबरोड, वो की हो जाएगी, माइनस हो जाएगी ये विचों। क्लीयर है। वर्ड्स थोड़ा याद रखना है, नफीफा, एन नफीफा। ठीक है, ये वर्ड्स है, मतलब नेट, ठीक है, सॉरी मतलब नेट फॉरन इनकम फ्रॉम अबरोड। क्लीयर। तो इस चीज़ नूं थोड़ा वर्ड्स नूं ध्यान रखना है। फुल फॉर्म थोड़े को अपने आप बन जाएगी जान ली। और नैक्सट साडे कोले बच गया हुण पी। हुण जदों असीं पी तो पी वाल जावांगे या ESP तो ESP वाल जावांगे,
यानी कि नैशनल वाले पी तो चाहे असी डोमैसटिक वाले पी वाल जावांगे, चाहे डोमैसटिक तो नैशनल वाले पी वाल जावांगे, तो कोई भी चेंज या कोई भी एडिशन या सबट्रैक्शन कुछ भी चीज़ असी घटावां या वधावांगे नहीं, कुछ भी ऐड या सबट्रैक्ट नहीं होएगा, तो कोई इहदा फर्क नहीं पेगा। क्लीयर। हुण साडे कोल बच गया एक होर, जदों असी एम पी यानी कि एम पी तो एफ सी वाल जावांगे, जिवें ही असी एम पी तो एफ सी वाल जावांगे, देखो जदों असी आ वाले एम पी तो एफ सी वाल गए यानी कि एफ सी वाल गए तो की हो गया, सबसिडीज़ ने सरकार ने जो सानू कोई सी लोन लिया या सानू कोई साडी कमाई के उपर सबसिडी मिल रही है, जिवें सपोज करो असी सिलेंडर लैने आ, हुण सिलेंडर असी 800 रुपए का लैने आ, 140 रुपए साडे खाते दे विच जिहड़ा है वो सरकार बाद चों क्रेडिट कर देंदी है, तो 140 रुपए वापस साडी इनकम च जुड़ गए। असी जदों सिलेंडर लिया परचेज किया सी, असी उहनूं 840 रुपए देते, यानी कि साडी इनकम चों कमाई चली गई, बट 140 रुपए सरकार ने सानू की कर दिता वापस साडी कमाई दे विच ऐड कर दिते। तो सबसिडीज़ वो की है सानू सबसिडीज़, तो जो असी एम पी तो एफ सी वाल जावांगे तो जी देखो सबसिडीज़ है वो की होएगी प्लस हो जाएगी। क्लीयर। और की प्लस हो जाएगा सेकेंडली जड़ा इनडायरैक्ट टैक्सीज है वो क्लीयर वो माइनस हो जाएंगे। क्लीयर। इनडायरैक्ट टैक्सीज जोड़े ने जोड़े असी टैक्स दिते हैं वो कमाई चो जा रहे हैं, इतने प्लस का निशान है तो जनरली इतने ध्यान करना है वो माइनस हो जाएंगे। क्लीयर। तो वो की है माइनस हो जाएंगे। क्लीयर। सेकेंड है जो असी एफ सी टू एम पी यानी कि फैक्टर प्राइस टू मार्केट प्राइस वाल जावांगे तो इत्थे सबसिडीज़ जड़ियाँ ने वो माइनस हो जाएगियाँ और इनडायरैक्ट टैक्सीज की हो जाएंगे प्लस हो जाएंगे, वाइस वर्सा हो जाएगा। क्लीयर। बड़े ध्यान नाल समझना है। क्लीयर। नैक्सट असी एक एग्जाम्पल लै लैंने आ, थोड़ा होर ईजली थोड़ा समझ आएगा। देखो हुण देखो NNP यानी कि नैट नैशनल प्रोडक्ट एट फैक्टर कॉस्ट तो असी GDP यानी कि जड़ा MP वाल जाना, सानू GDP दिता है, असी नैट नैशनल प्रोडक्ट जड़ा एट फैक्टर कॉस्ट है ये असी कढ़ना गा। क्लीयर। सानू GDP दिता गा, हुण जदों असी GDP सानू देता तो असी NNP कढ़ना है तो की करांगे, जो असी G तो N वाल जावांगे, हुण जा रहे हैं G तो N वाल। क्लीयर। G तो N वाल जा रहे हैं तो असी की कीता सी G तो N वाल जावांगे तो की माइनस होएगा, असी हुणे ऊपर करके आए हैं डेप्रीसीएशन, तो असी की माइनस करता डेप्रीसीएशन, जिन्ना भी सानू दिता है उस जिहड़ा सानू न्यूमैरिक्स दिता है वो डिपेंड करता है इकनॉमिक्स ते क्वेश्चनेयर्स ते कि जो भी उन्हें वैल्यूज़ दित्तियां ने असी वो इत्थे पुट कर दांगे। ठीक है। क्लीयर। नैक्सट जो असी देखो हुण D तो नैक्सट N वाल गए। क्लीयर। D तो असी नैक्सट N वाल जावांगे तो की माइनस होएगा, की होएगा जो असी D तो N वाल जावांगे, असी आप पहला असी पढ़ के आए सी D तो N वाल गए तो की होया प्लस हो गया, की प्लस होया सी की प्लस होया सीगा इत्थे नफीफा है ना। क्लीयर। यानी कि नैट फैक्टर इनकम फ्रॉम अबरोड। क्लीयर। तो जी सानू इनकम अबरोड हुई तो हुई है वो असी की करती इत्थे प्लस करती। क्लीयर। नैक्सट P, हुण जिहड़ा नैक्सट P तो P वाल जावांगे तो की सी क्या सीगा आपां कोई चेंज नहीं आएगा, ना कुछ ऐड होएगा ना कुछ सबट्रैक्ट होएगा, तो असी की कीता इत्थे कुछ भी नहीं हो रहा इत्थे। क्लीयर। असी उहनूं एज इट इज़ ही छड्डता, कुछ नहीं होया। नैक्सट हुण की है साडे कोले MP2, असी कित्थे जाना, सानू की दिता है MP और जब करना की है असी फैक्टर कॉस्ट। हुण जदों MP तो असी फैक्टर कॉस्ट वाल जावांगे, जदों असी क्या सी MP2 असी फैक्टर कॉस्ट यानी कि MP2 देखो MP2 फैक्टर कॉस्ट वाले गए तो की होया, की करना सी सबसिडीज़ प्लस करनियां ने और इनडायरैक्ट टैक्सीज माइनस कर देने ने सर। ठीक है। क्लीयर। सॉरी जदों असी MP2 फैक्टर कॉस्ट वाले गए तो की करना सी सबसिडीज़ माइनस कर देनियां ने और फैक्टर कॉस्ट इनडायरैक्ट टैक्सीज प्लस कर देने, और जो असी FC2 MP वाल जावांगे तो सबसिडीज़ प्लस कर देनियां ने और इनडायरैक्ट टैक्सीज जिहड़े ने वो माइनस कर देने। असी इत्थे हुण MP2 क्योंकि MP2 FC गए हैं तो इनडायरैक्ट टैक्सीज जिहड़े असी प्लस करते हैं। क्लीयर। सॉरी माइनस करते हैं और सबसिडीज़ की करतियां ने प्लस कर दित्तियां ने। ठीक है। तो और अगर देखो कई बार की होंदा कि सानू इनडायरैक्ट टैक्सीज या सबसिडीज़ ना दे करके अगर न्यूमैरिक्स के अंदर सीधा नैट इनडायरैक्ट टैक्सीज यानी कि NIT दिता होए,
ਨੈਟ ਇਨਡਾਇਰੈਕਟ ਟੈਕਸਿਸ, ਤਾਂ ਇੱਥੇ ਕੀ ਕਰਾਂਗੇ ਫਿਰ ਇਕੱਲੇ ਨੈਟ ਇਨਡਾਇਰੈਕਟ ਟੈਕਸਿਸ ਜਿਹੜੇ ਨੇ ਉਹ ਮਾਈਨਸ ਕਰ ਦਾਂਗੇ ਜਦੋਂ ਅਸੀਂ MP ਟੂ FC ਵੱਲ ਜਾਵਾਂਗੇ, ਔਰ ਜਦੋਂ ਅਸੀਂ FC ਟੂ MP ਵੱਲ ਜਾਵਾਂਗੇ ਤਾਂ ਨੈਟ ਇਨਡਾਇਰੈਕਟ ਟੈਕਸਿਸ ਜਿਹੜੇ ਨੇ ਉਹ ਅਸੀਂ ਪਲੱਸ ਕਰ ਦਾਂਗੇ। ਕਲੀਅਰ। ਹੁਣ ਦੇਖੋ ਇਹ ਨਫੀਫਾ ਜਿਹੜਾ ਮੈਂ ਹੁਣ ਆਪਾਂ ਸ਼ਬਦ ਯੂਜ਼ ਕੀਤਾ ਸੀ ਨਫੀਫਾ, ਇਹ ਵਰਡ ਕੀ ਹੈ ਔਰ ਕਿੱਥੋਂ ਬਣਿਆ? ਨਫੀਫਾ ਜਿਹੜਾ ਹੈਗਾ ਨੈਟ ਫੈਕਟਰ ਇਨਕਮ ਫਰੋਮ ਅਬਰੋਡ, ਇਹ ਕਿੱਥੋਂ ਮੀਨਿੰਗ ਹੈ? ਫੈਕਟਰ ਇਨਕਮ ਫਰੋਮ ਅਬਰੋਡ, ਠੀਕ ਹੈ, ਮਾਈਨਸ ਫੈਕਟਰ ਇਨਕਮ ਟੂ ਅਬਰੋਡ, ਠੀਕ ਹੈ। ਜਿਹੜੀ ਸਾਨੂੰ ਫੈਕਟਰ ਇਨਕਮ ਹੋਈ ਹੈ ਅਬਰੋਡ ਤੋਂ, ਫਰੋਮ ਅਬਰੋਡ, ਐਸ ਐਫ ਦਾ ਮਤਲਬ ਹੈ ਫਰੋਮ, ਯਾਨੀ ਕਿ ਬਾਹਰੋਂ ਅਸੀਂ ਕਮਾਈ ਕੀਤੀ ਹੈ, ਸਾਡੇ ਬਾਹਰ ਅਸੀਂ ਕੋਈ ਇੰਪੋਰਟ ਕੀਤਾ ਜਾਂ ਸਾਡੇ ਕੋਈ ਹੋਰ ਬਾਹਰੋਂ ਸੋਰਸਿਸ ਤੋਂ ਸਾਨੂੰ ਕਮਾਈ ਹੋਈ। ਔਰ ਦੂਸਰਾ ਫੈਕਟਰ ਇਨਕਮ ਟੂ ਅਬਰੋਡ, ਔਰ ਜਿਹੜੀ ਫੈਕਟਰ ਇਨਕਮ ਅਸੀਂ ਦੂਸਰੇ ਦੇਸ਼ਾਂ 'ਚ ਕਮਾਈ ਸਾਡੀ ਗਈ ਹੈ ਟੂ ਅਬਰੋਡ, ਸਾਡੇ ਦੇਸ਼ਾਂ ਤੋਂ ਹੁਣ ਅਸੀਂ ਕੋਈ ਸਪੋਜ਼ ਕਰੋ ਇੰਪੋਰਟ ਕੀਤਾ ਤਾਂ ਸਾਡੀ ਲਿਕੁਇਡਿਟੀ ਬਾਹਰ ਜਾ ਰਹੀ ਹੈ ਕਿਸੇ ਹੋਰ ਸੋਰਸਿਸ ਦੇ ਜਰੀਏ, ਤਾਂ ਜਿਹੜੀ ਸਾਡੀ ਕਮਾਈ ਗਈ ਹੈ ਤਾਂ ਅਸੀਂ ਜਿਹੜੀ ਸਾਡੀ ਯਾਨੀ ਕਿ ਇਨਕਮ ਫਰੋਮ ਅਬਰੋਡ 'ਚੋਂ ਜਦੋਂ ਅਸੀਂ ਇਨਕਮ ਫਰੋਮ ਟੂ ਅਬਰੋਡ ਯਾਨੀ ਕਿ ਜੋ ਅਸੀਂ ਗਿਆ ਗਾ, ਜੋ ਸਾਡੇ ਕੋਲ ਆਇਆ ਉਹਦੇ ਵਿੱਚੋਂ ਜੇ ਅਸੀਂ ਜੋ ਕੁਝ ਗਿਆ ਉਹ ਮਾਈਨਸ ਕਰ ਦਾਂਗੇ ਤਾਂ ਸਾਡੇ ਕੋਲ ਕੀ ਬਚੇਗਾ? ਸਾਡੇ ਕੋਲ ਲਾਸਟ ਵੈਲਿਊ ਬਚੇਗੀ ਕਿ ਸਾਡੇ ਕੋਲ ਫਾਈਨਲੀ ਆ ਚੀਜ਼ ਬਚੀ ਹੈ, ਉਹ ਕੀ ਬਚੇਗਾ? ਸਾਡੇ ਕੋਲ ਨੈਟ, ਯਾਨੀ ਕਿ ਨੈਟ ਫੈਕਟਰ ਇਨਕਮ ਫਰੋਮ ਅਬਰੋਡ, ਸਾਡੇ ਕੋਲ ਕਿੰਨੀ ਕਮਾਈ ਹੋਈ ਹੈ ਫੈਕਟਰ ਇਨਕਮ ਤੋਂ, ਬਾਹਰਲੇ ਫੈਕਟਰ ਇਨਕਮ ਤੋਂ। ਕਲੀਅਰ। ਇੱਥੋਂ ਬਣਿਆ ਨੈਟ ਫੈਕਟਰ ਇਨਕਮ ਅਬਰੋਡ। ਦੂਸਰਾ ਕੰਸੈਪਟ ਹੈ ਇੱਕ ਨਫੀਟਾ, ਇਹਨੂੰ ਧਿਆਨ ਨਾਲ ਦੇਖਣਾ। ਨੈਕਸਟ ਕੰਸੈਪਟ ਹੈ ਨਫੀਟਾ, ਯਾਨੀ ਕਿ ਫੁੱਲ ਫਾਰਮ ਕੀ ਹੈ? ਨੈਟ ਫੈਕਟਰ ਇਨਕਮ ਟੂ ਅਬਰੋਡ, ਠੀਕ ਹੈ। ਹੁਣ ਇਹ ਟੂ ਅਬਰੋਡ ਕਿੱਥੋਂ ਹੋਈ ਹੈ? ਜਿਹੜੀ ਅਸੀਂ ਫੈਕਟਰ ਇਨਕਮ ਟੂ ਅਬਰੋਡ ਯਾਨੀ ਕਿ ਬਾਹਰ ਸਾਡੀ ਕਮਾਈ ਗਈ ਹੈ, ਟੂ ਅਬਰੋਡ ਗਈ ਹੈ, ਔਰ ਜਿਹੜੀ ਅਸੀਂ ਉੱਥੋਂ ਕੋਈ ਕਮਾਈ ਆਈ ਹੈ, ਉਸ ਕੋਲ ਜ਼ਰੂਰੀ ਤਾਂ ਨਹੀਂ ਕਿ ਸਾਨੂੰ ਕਮਾਈ ਹੋਏਗੀ, ਕਈ ਵਾਰੀ ਇਹ ਵੀ ਹੋ ਸਕਦਾ ਕਿ ਅਸੀਂ ਜਿਹੜੀ ਬਾਹਰ ਸਾਡੀ ਲਿਕੁਇਡਿਟੀ ਗਈ ਹੈ ਉਹ ਜ਼ਿਆਦਾ ਹੋਏ ਇਵਨ ਦੈਟ ਸਾਡੀ ਕਮਾਈ ਤੋਂ, ਤਾਂ ਉਹ ਜੇ ਉਹ ਮਾਈਨਸ ਦੇ ਵਿੱਚ ਹੈ ਤਾਂ ਕੀ ਬਚ ਗਿਆ? ਨੈਟ ਫੈਕਟਰ ਇਨਕਮ ਟੂ ਅਬਰੋਡ। ਸਮਝ ਆ ਗਈ? ਜਿਹੜੀ ਸਾਡੀ ਕਮਾਈ ਗਈ ਹੈ ਨੈਟ ਫੈਕਟਰ ਇਨਕਮ ਅਬਰੋਡ ਗਈ ਹੈ ਉਹ ਕੀ ਬਚ ਜਾਏਗਾ? ਨੈਟ, ਯਾਨੀ ਕਿ ਨੈਟ ਫੈਕਟਰ ਇਨਕਮ ਟੂ ਅਬਰੋਡ। ਕਲੀਅਰ। ਜਿਵੇਂ ਜਿਵੇਂ ਤੁਸੀਂ ਇਹਨੂੰ ਪ੍ਰੈਕਟਿਸ ਕਰੋਗੇ ਈਜ਼ੀਲੀ ਗੋ ਥਰੂ ਹੋ ਜਾਓਗੇ, ਠੀਕ ਹੈ। ਹੁਣ ਦੇਖਣਾ ਹੈ ਇੱਕ ਚੀਜ਼ ਹੁਣ ਦੇਖਣਾ, ਅਗਰ ਤੁਹਾਨੂੰ ਕੋਈ ਇਕੁਏਸ਼ਨ ਦਿੱਤੀ ਹੈ, ਨੂਮੈਰਿਕ ਆ ਗਿਆ ਔਰ ਉਹਦੇ ਵਿੱਚ ਜੇ ਤਾਂ ਤੁਹਾਨੂੰ ਉਹਨਾਂ ਨੇ ਇਹ ਦਿੱਤਾ, ਇਹ ਟਰਮ ਦਿੱਤੀ ਯਾਨੀ ਕਿ ਨਫੀਫਾ, ਆਹ ਟਰਮ ਦਿੱਤੀ ਨਫੀਫਾ, ਤਾਂ ਕੀ ਕਰਾਂਗੇ? ਨਫੀਫਾ ਦਿੱਤੀ ਹੈ ਤਾਂ ਅਸੀਂ ਪਹਿਲਾਂ ਵੀ ਕਰਕੇ ਆਏ ਹਾਂ ਕਿ ਜਦੋਂ ਅਸੀਂ ਡੋਮੈਸਟਿਕ ਟੂ ਐਨ ਵੱਲ ਜਾਵਾਂਗੇ, ਇੱਥੇ ਵੀ ਅਸੀਂ ਕੀਤਾ ਸੀਗਾ, ਤਾਂ ਕੀ ਕਰ ਦਾਂਗੇ? ਨਫੀਫਾ ਨੂੰ ਪਲੱਸ ਕਰ ਦਾਂਗੇ। ਕਲੀਅਰ। ਔਰ ਜਦੋਂ ਅਸੀਂ ਐਨ ਟੂ ਡੀ ਵੱਲ ਜਾਵਾਂਗੇ ਤਾਂ ਕੀ ਕਰ ਦਾਂਗੇ? ਨਫੀਫਾ ਨੂੰ ਮਾਈਨਸ ਕਰ ਦਾਂਗੇ, ਠੀਕ ਹੈ। ਔਰ ਜਦੋਂ ਅਸੀਂ ਨਫੀਟਾ ਦਿੱਤਾ ਜੇ ਸਾਨੂੰ ਹੁਣ ਦਿੱਤਾ ਟੂ ਇਨਕਮ, ਜੇ ਫਰੋਮ ਇਨਕਮ ਦਿੱਤੀ ਹੈ ਤਾਂ ਉਹ ਪਲੱਸ ਕਰ ਦਾਂਗੇ, ਡੋਮੈਸਟਿਕ ਟੂ ਨੈਸ਼ਨਲ ਵੱਲ ਜਾਵਾਂਗੇ, ਔਰ ਜਦੋਂ ਨੈਸ਼ਨਲ ਟੂ ਡੋਮੈਸਟਿਕ ਵੱਲ ਜਾਵਾਂਗੇ ਤਾਂ ਉਹ ਮਾਈਨਸ ਕਰ ਦਾਂਗੇ। ਔਰ ਜੇ ਸਾਨੂੰ ਦਿੱਤੀ ਹੈ ਨੈਟ ਫੈਕਟਰ ਇਨਕਮ ਟੂ ਅਬਰੋਡ, ਜੇ ਸਾਨੂੰ ਹੁਣ ਟੂ ਅਬਰੋਡ ਦਿੱਤੀ ਯਾਨੀ ਕਿ ਜਿਹੜੀ ਗਈ ਹੈ, ਤਾਂ ਫਿਰ ਜਦੋਂ ਅਸੀਂ ਡੋਮੈਸਟਿਕ ਟੂ ਨੈਸ਼ਨਲ ਵੱਲ ਜਾਵਾਂਗੇ ਤਾਂ ਵਾਈਸ ਵਰਸਾ ਕਰ ਦਾਂਗੇ। ਪਹਿਲਾਂ ਅਸੀਂ ਫਰੋਮ ਅਬਰੋਡ ਦੇ ਵਿੱਚ ਤਾਂ ਅਸੀਂ ਪਲੱਸ ਕਰ ਰਹੇ ਸੀ, ਟੂ ਅਬਰੋਡ ਦੇ ਵਿੱਚ ਇਹਨੂੰ ਮਾਈਨਸ ਕਰਾਂਗੇ, ਔਰ ਜਦੋਂ ਅਸੀਂ ਨੈਸ਼ਨਲ ਟੂ ਡੋਮੈਸਟਿਕ ਵੱਲ ਜਾਵਾਂਗੇ ਤਾਂ ਨੈਟ ਫੈਕਟਰ ਇਨਕਮ ਟੂ ਅਬਰੋਡ ਜਿਹੜੀ ਆ ਉਹ ਅਸੀਂ ਪਲੱਸ ਕਰ ਦਾਂਗੇ, ਉਲਟਾ ਵਾਈਸ ਵਰਸਾ ਕਰ ਦਾਂਗੇ। ਕਲੀਅਰ। ਥੋੜ੍ਹੀ ਪ੍ਰੈਕਟਿਸ ਕਰਾਂਗੇ ਤਾਂ ਈਜ਼ਲੀ ਤੁਹਾਨੂੰ ਗੋ ਥਰੂ ਹੋ ਜਾਓਗੇ। ਮੋਸਟਲੀ ਮੈਨੂੰ ਲੱਗਦਾ ਸਾਰੀ ਟਰਮਸ ਤੁਹਾਡੀ ਚੰਗੀ ਤਰ੍ਹਾਂ ਸਮਝ ਆ ਗਈਆਂ ਹੋਣਗੀਆਂ। ਹੁਣ ਇੱਕ ਕੀ ਹੈ ਡੈਪਰੀਸੀਏਸ਼ਨ ਵਰਡਸ ਤੁਹਾਡੇ ਕੋਲ ਆਇਆ ਸੀਗਾ, ਮੈਂ ਉੱਪਰ ਵੀ ਕਲੀਅਰ ਕੀਤਾ ਸੀਗਾ, ਬਟ ਅਗਰ ਉਹਨੂੰ ਟੈਕਨੀਕਲੀ ਟਰਮਸ 'ਚ ਦੇਖੋ ਤਾਂ ਡੈਪਰੀਸੀਏਸ਼ਨ ਕੀ ਹੈ ਬੇਟਾ? ਡੈਪਰੀਸੀਏਸ਼ਨਸ ਨੂੰ ਅਸੀਂ ਬੇਸਿਕਲੀ ਇਹ ਵੀ ਕਹਿ ਸਕਦੇ ਹਾਂ ਕੰਜੰਪਸ਼ਨ ਆਫ ਫਿਕਸ ਕੈਪੀਟਲ। ਮੈਂ ਇੱਕ ਉਦਾਹਰਨ ਵੀ ਦਿੱਤਾ ਸੀ, ਕੋਈ ਫਿਕਸਡ ਕੈਪੀਟਲ ਆਪਾਂ ਲਾਈ ਹੈ, ਲਿਕੁਇਡਿਟੀ ਲਾਈ ਹੈ ਮਾਰਕੀਟ ਦੇ ਅੰਦਰ, ਔਰ ਹਰ ਸਾਲ ਉਹਦੀ ਕੀਮਤ ਲਗਾਤਾਰ ਘਟਦੀ ਜਾਂਦੀ ਹੈ, ਕੁਛ ਨਾ ਕੁਛ ਉਹਦੀ ਡੈਪਰੀਸੀਏਸ਼ਨ ਹੁੰਦਾ ਜਾਂਦਾ, ਤਾਂ ਉਹ ਸਾਡਾ ਕੀ ਹੈ? ਡੈਪਰੀਸੀਏਸ਼ਨ। ਇਹਨੂੰ ਅਸੀਂ ਡੈਪਰੀਸੀਏਸ਼ਨ ਵਰਡਸ ਨਾ ਯੂਜ਼ ਕਰਕੇ ਕਈ ਵਾਰੀ ਜਿਹੜਾ ਇਕਨੋਮਿਕਸ ਹੈ ਜਾਂ ਐਗਜ਼ਾਮੀਨਰ ਹੈ ਉਹ ਕੀ ਕਰਦਾ ਗਾ, ਇਹ ਵਰਡ ਵੀ ਪਾ ਦਿੰਦਾ ਗਾ ਕਿ ਕੰਜੰਪਸ਼ਨਸ ਆਫ ਫਿਕਸਡ ਕੈਪੀਟਲ। ਤਾਂ ਕੰਜੰਪਸ਼ਨ ਦਾ ਮਤਲਬ ਕੀ ਹੈ ਕਿ ਫਿਕਸਡ ਕੈਪੀਟਲ ਦੇ ਵਿੱਚੋਂ ਕੁਝ ਕੰਜੰਪਸ਼ਨ ਹੋਇਆ, ਯਾਨੀ ਕਿ ਕੀ ਹੋਇਆਗਾ? ਡੈਪਰੀਸੀਏਸ਼ਨ। ਤਾਂ ਉਹ ਅਗਰ ਇਹ ਦਿੱਤਾ ਹੋਇਆ ਤਾਂ ਇੱਥੇ ਕੀ ਹੋਏਗਾ? ਡੈਪਰੀਸੀਏਸ਼ਨ ਦੀ ਜਗ੍ਹਾ ਅਸੀਂ ਆ ਮਾਈਨਸ ਕਰ ਦਾਂਗੇ, ਠੀਕ ਹੈ। ਥੋੜਾ ਸਮਾਰਟਲੀ ਵਰਕ ਕਰਨਾ। ਕਲੀਅਰ। ਨੈਕਸਟ ਹੈ ਸਾਡਾ ਡੈਪਰੀਸੀਏਸ਼ਨ ਨੂੰ ਹੀ ਕੀ ਕਹਿੰਦੇ ਹਾਂ ਅਸੀਂ? ਨਾਰਮਲ ਟੀਅਰ ਐਂਡ ਵੀਅਰਸ, ਮਤਲਬ ਕਿ ਜੋ ਅਸੀਂ ਖਰਚੇ ਵਰਚੇ ਕੀਤੇ ਆ ਉਹ ਸਾਰੇ ਜਿਹੜੇ ਆ ਸਾਡੇ ਕੀ ਹੈ? ਡੈਪਰੀਸੀਏਸ਼ਨ। ਜੋ ਘਸਾਈ ਹੋਈ ਹੈ ਕਿਸੇ ਚੀਜ਼ ਦੀ, ਬੇਸਿਕਲੀ ਕਹਿ ਸਕਦੇ ਹਾਂ। ਆਬਸੋਲੈਂਸ ਕਾਸਟ ਹੁੰਦੀ ਹੈ ਕਿਸੇ ਚੀਜ਼ ਦੀ ਘਟ ਜਾਣਾ, ਕੀਮਤ ਨੂੰ ਘਟ ਜਾਣਾ, ਉਹ ਵੀ ਅਸੀਂ ਕਹਿੰਦੇ ਹਾਂ। ਔਰ ਲਾਸਟ ਹੈ ਸਾਡਾ ਕਰੰਟ ਰਿਪਲੇਸਮੈਂਟ, ਯਾਨੀ ਕਿ ਅਸੀਂ ਕਿਸੇ ਚੀਜ਼ ਨੂੰ ਦੇ ਪ੍ਰਤੀ ਕੁਛ ਰਿਪਲੇਸ ਕੀਤਾ ਗਾ। ਸਪੋਜ਼ ਕਰੋ ਕੁਛ ਟਾਈਮ ਬਾਅਦ ਅਸੀਂ ਕੋਈ ਮਸ਼ੀਨਰੀ ਹੈ ਰਿਪਲੇਸ ਕਰ ਲਈ, ਪਹਿਲਾਂ ਅਸੀਂ 10 ਲੱਖ ਦੀ ਲਾਈ ਸੀਗੀ, 2-3 ਸਾਲ ਬਾਅਦ ਅਸੀਂ ਉਹਦੀ
थोड़ी जो प्रॉब्लम आ गई ਹੁਣ ਅਸੀਂ 6 ਲੱਖ ਦੀ ਦੇ ਕੇ 10 ਲੱਖ ਦੀ ਦੁਬਾਰਾ ਲਾ ਲਈ ਤਾਂ ਰਿਪਲੇਸਮੈਂਟ ਕਾਸਟ ਕੀ ਆਈ ਹੈ 4 ਲੱਖ ਰੁਪਏ। ਤਾਂ ਉਹ ਵੀ ਸਾਡਾ ਕੀ ਹੈ ਰਿਪਲੇਸਮੈਂਟ ਕਾਸਟ ਵੀ ਕੀ ਆ ਉਹ ਕੀ ਆ ਡੈਪਰੀਸੀਏਸ਼ਨ ਹੈ ਸਾਡਾ। ਠੀਕ ਹੈ ਕਲੀਅਰ ਬੇਟਾ। ਅਗਰ ਤੁਸੀਂ ਇੰਨੀ ਟਰਮਸ ਨੂੰ ਧਿਆਨ ਨਾਲ ਸਮਝ ਲਓਗੇ ਤਾਂ ਇਹ ਚੈਪਟਰ ਈਜ਼ੀਲੀ ਤੁਹਾਨੂੰ ਕਲੀਅਰ ਹੋ ਜਾਏਗਾ। ਥੈਂਕ ਯੂ।